प्यारे बच्चों, ਅੱਜ ਆਪਾਂ ਕਰਾਂਗੇ ਪਾਠ ਚੌਥਾ ਵੈਬ ਡਿਵੈਲਪਮੈਂਟ। ਇਸ ਪਾਠ ਦੇ ਵਿੱਚ ਆਪਾਂ ਜਾਣਾਂਗੇ ਕਿ ਇੱਕ ਸਾਈਟ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਇੰਟਰਨੈਟ ਤੇ ਕਿਸ ਤਰ੍ਹਾਂ ਲਾਂਚ ਕੀਤਾ ਜਾਂਦਾ ਹੈ ਜਾਂ ਪਬਲਿਸ਼ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇੱਕ ਵੈਬਸਾਈਟ ਕੀ ਹੁੰਦੀ ਹੈ। ਇੱਕ ਵੈਬਸਾਈਟ ਵੈਬ ਪੇਜਾਂ ਦਾ ਸਮੂਹ ਹੈ। कुछ एग्जाम्पल्स ने वैबसाइट्स ਦੀਆਂ ਜਿਵੇਂ ਕਿ google.com amazon.com। ਫਿਰ ਆ ਜਾਂਦਾ ਹੈ ਵੈਬ ਬਰਾਊਜ਼ਰ। ਵੈਬਸਾਈਟ ਦੇਖਣ ਲਈ ਅਸੀਂ ਵੈਬ ਬਰਾਊਜ਼ਰ ਦੀ ਮਦਦ ਲੈਂਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਇਸ ਪਿਕਚਰ ਵਿੱਚ ਦੇਖ ਰਹੇ ਹੋ ਇੰਟਰਨੈਟ ਐਕਸਪਲੋਰਰ, ਮੋਜ਼ੀਲਾ, ਗੂਗਲ ਕਰੋਮ। ਇਹ ਸਾਰੇ ਕੀ ਹਨ? ਵੈਬ ਬਰਾਊਜ਼ਰ ਹਨ। ਜਦੋਂ ਵੀ ਕੋਈ ਅਸੀਂ ਸਾਈਟ ਓਪਨ ਕਰਨੀ ਹੁੰਦੀ ਹੈ ਤਾਂ ਅਸੀਂ URL ਨੂੰ ਇਸ ਬਰਾਊਜ਼ਰ ਦੇ ਵਿੱਚ ਟਾਈਪ ਕਰ ਦਿੰਦੇ ਹਾਂ। ਇੱਥੇ ਅਸੀਂ ਲਿਖ ਦਿੰਦੇ ਹਾਂ ਕਿ www.google.com ਅਤੇ ਸਾਡੀ ਉਹ ਵੈਬਸਾਈਟ ਓਪਨ ਹੋ ਜਾਂਦੀ ਹੈ। ਚਲੋ ਹੁਣ ਅਸੀਂ ਜਾਣਦੇ ਹਾਂ ਕਿ ਵੈਬਸਾਈਟ ਤਿਆਰ ਕਰਨ ਲਈ ਸਾਨੂੰ ਕਿਹੜੇ-ਕਿਹੜੇ ਸਟੈਪਸ ਫੋਲੋ ਕਰਨੇ ਚਾਹੀਦੇ ਹਨ। ਇੱਕ ਵੈਬਸਾਈਟ ਨੂੰ ਕਿਵੇਂ ਯੋਜਨਾਬੱਧ ਤਰੀਕੇ ਨਾਲ ਤਿਆਰ ਅਤੇ ਇੰਟਰਨੈਟ ਤੇ ਕਿਵੇਂ ਲਾਂਚ ਕੀਤਾ ਜਾਂਦਾ ਹੈ। ਇੱਕ ਵੈਬਸਾਈਟ ਨੂੰ ਡਿਜ਼ਾਈਨ ਕਰਨ ਲਈ ਮੁੱਖ ਤੌਰ ਤੇ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਵੈਬਸਾਈਟ ਦਾ ਟੀਚਾ। ਦੂਸਰਾ, ਦਰਸ਼ਕਾਂ ਲਈ ਡਿਜ਼ਾਈਨਿੰਗ। ਤੀਸਰਾ, ਕੰਮ ਦੀ ਰਣਨੀਤੀ। ਚੌਥਾ, ਵਿਸ਼ਾ ਵਸਤੂ ਦਾ ਵਿਕਾਸ। ਇਹ 4 ਬੇਸਿਕ ਸਟੈਪਸ ਹਨ ਕਿਸੇ ਵੀ ਵੈਬਸਾਈਟ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਨ ਲਈ। ਫਿਰ ਆ ਜਾਂਦਾ ਹੈ ਵੈਬਸਾਈਟ ਨੂੰ ਲਾਂਚ ਕਰਨ ਲਈ ਵੱਖ-ਵੱਖ ਸਟੈਪ ਕਿਹੜੇ ਹਨ। ਪਹਿਲਾ ਹੈ ਡੋਮੇਨ ਨਾਮ ਦੀ ਚੋਣ। ਫਿਰ ਡੋਮੇਨ ਨਾਮ ਨੂੰ ਰਜਿਸਟਰ ਕਰਨਾ। ਫਿਰ ਸਰਵਰ ਦੀ ਚੋਣ। ਚੌਥਾ ਆ ਜਾਂਦਾ ਹੈ ਵੈਬਸਾਈਟ ਦੀ ਆਨਲਾਈਨ ਅਤੇ ਆਫਲਾਈਨ ਜਾਂਚ। ਜਿਸ ਤਰ੍ਹਾਂ ਕਿ ਤੁਸੀਂ ਇਹ ਦੇਖ ਰਹੇ ਹੋ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇੱਕ ਵੈਬਸਾਈਟ ਹੈ। ਇਸ ਦਾ ਟੀਚਾ ਕੀ ਹੈ ਕਿ ਬੱਚਿਆਂ ਅਤੇ ਅਧਿਆਪਕਾਂ ਨੂੰ ਇਨਫੋਰਮੇਸ਼ਨ ਪ੍ਰਦਾਨ ਕਰਨੀ ਅਤੇ ਹੋਰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨੀ। ਹੁਣ ਅਸੀਂ ਦੇਖਦੇ ਹਾਂ ਵੈਬਸਾਈਟ ਦੀ ਯੋਜਨਾਬੰਦੀ। ਇੱਕ ਵੈਬਸਾਈਟ ਬਣਾਉਣ ਲਈ ਸਾਨੂੰ ਪਹਿਲਾਂ ਆਪਣੀ ਯੋਜਨਾ ਬਣਾਉਣੀ ਚਾਹੀਦੀ ਹੈ। ਵੈਬਸਾਈਟ ਨੂੰ ਡਿਜ਼ਾਈਨ ਕਰਨ ਦਾ ਸਭ ਤੋਂ ਪਹਿਲਾ ਅਤੇ ਮੁੱਖ ਉਦੇਸ਼ ਵੈਬਸਾਈਟ ਦੇ ਟੀਚੇ ਨੂੰ ਧਿਆਨ ਵਿੱਚ ਰੱਖਣਾ ਹੈ। ਅਸੀਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਵੈਬਸਾਈਟ ਕਿਸ ਲਈ ਬਣਾ ਰਹੇ ਹਾਂ। ਸਾਡੀ ਵੈਬਸਾਈਟ ਦੇ ਵਿੱਚ ਕੀ ਜਾਣਕਾਰੀ ਹੋਣੀ ਚਾਹੀਦੀ ਹੈ। ਸਾਈਟ ਦਾ ਟੀਚਾ। ਹਰ ਇੱਕ ਸਾਈਟ ਦਾ ਕੁਝ ਖਾਸ ਮਕਸਦ ਹੁੰਦਾ ਹੈ। ਇਹ ਉਦੇਸ਼ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਸਾਈਟ ਵਿੱਚ ਕੀ ਸ਼ਾਮਿਲ ਕਰਨਾ ਹੈ। ਇੱਕ ਸਾਈਟ ਨੂੰ ਬਣਾਉਣ ਲਈ ਹੇਠਾਂ ਦਿੱਤੇ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਹਿਲਾ, ਸੰਸਥਾ ਦਾ ਉਦੇਸ਼। ਵੈਬਸਾਈਟ ਦੇ 2-3 ਮਹੱਤਵਪੂਰਨ ਉਦੇਸ਼। ਵੈਬਸਾਈਟ ਨੂੰ ਵਿਕਸਿਤ ਕਰਨ ਦੀ ਵਿਧੀ। ਉਪਰੋਕਤ ਜ਼ਰੂਰਤਾਂ ਨੂੰ ਪੂਰਾ ਕਰਨਾ। ਟੀਚਾ ਪ੍ਰਾਪਤ ਕਰਨ ਲਈ ਸਾਈਟ ਦੀ ਰਣਨੀਤੀ। ਸਾਈਟ ਦੇ ਵਿਕਾਸ ਦਾ ਸਮਾਂ। ਸਾਈਟ ਨੂੰ ਅਪਡੇਟ ਕਰਨ ਦਾ ਸਮਾਂ। ਦਰਸ਼ਕਾਂ ਲਈ ਤਿਆਰ ਕਰਨਾ। ਹੁਣ ਅਸੀਂ ਇਹ ਦੇਖਣਾ ਹੈ ਕਿ ਸਾਡੀ ਵੈਬਸਾਈਟ ਹੈ ਉਹ ਅਸੀਂ ਕਿਸ ਤਰ੍ਹਾਂ ਦੇ ਦਰਸ਼ਕਾਂ ਲਈ ਬਣਾ ਰਹੇ ਹਾਂ। ਵੈਬਸਾਈਟ ਦੇ ਉਦੇਸ਼ ਨੂੰ ਫਾਈਨਲ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੀ ਸਾਈਟ ਦੇ ਦਰਸ਼ਕਾਂ ਦੀ ਕਿਸਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਕਿਸਮ ਦੇ ਲੋਕ ਇਸ ਨੂੰ ਵੇਖਣਗੇ। ਬੱਚੇ, ਵਿਦਿਆਰਥੀ, ਵਕੀਲ, ਡਾਕਟਰ ਜਾਂ ਘਰੇਲੂ ਔਰਤਾਂ। ਜਿਸ ਤਰ੍ਹਾਂ ਕਿ ਤੁਸੀਂ ਇਹ 2 ਇਮੇਜਸ ਦੇਖ ਰਹੇ ਹੋ, ਇਹ ਪਹਿਲੀ ਵੈਬਸਾਈਟ ਕਿਸ ਲਈ ਹੈ। ਇਸ ਇਮੇਜ ਤੋਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਡਾਕਟਰਸ ਲਈ। ਦੂਸਰੀ ਵੈਬਸਾਈਟ ਕਿਸ ਲਈ ਹੈ? ਬੱਚਿਆਂ ਲਈ। ਫਿਰ ਆ ਜਾਂਦਾ ਹੈ ਨੀਤੀ। ਤੁਹਾਨੂੰ ਆਪਣੇ ਕੰਮ ਲਈ ਰਣਨੀਤੀ ਤਿਆਰ ਕਰਨੀ ਪਵੇਗੀ।
ਰਣਨੀਤੀ ਦਾ ਮਤਲਬ ਕੀ ਹੁੰਦਾ ਹੈ ਬੱਚਿਓ ਕਿ ਕੰਮ ਕਰਨ ਦਾ ਢੰਗ। ਕੰਮ ਕਰਨ ਦੇ ਢੰਗ ਨੂੰ ਅਸੀਂ ਕੀ ਕਹਿੰਦੇ ਹਾਂ? ਰਣਨੀਤੀ। ਤੁਸੀਂ ਆਪਣੀ ਵੈਬਸਾਈਟ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। ਟੈਕਸਟ, ਆਡੀਓ, ਵੀਡੀਓ ਆਦਿ ਇਹ ਸਭ ਕੁਝ ਤੁਸੀਂ ਆਪਣੀ ਇੱਕ ਵੈਬਸਾਈਟ ਦੇ ਵਿੱਚ ਪਾ ਸਕਦੇ ਹੋ। ਤੁਹਾਡੀ ਜਿਹੜੀ ਇੱਕ ਵੈਬਸਾਈਟ ਹੈ ਉਹ ਸਮਝਣ ਵਿੱਚ ਸਰਲ ਹੋਣੀ ਚਾਹੀਦੀ ਹੈ। ਸਮੱਗਰੀ, ਸਾਈਟ ਦੀ ਸਮੱਗਰੀ ਸਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ। ਜੋ ਵੀ ਅਸੀਂ ਆਪਣੀ ਵੈਬਸਾਈਟ ਦੇ ਵਿੱਚ ਕੰਟੈਂਟ ਜਾਂ ਸਮੱਗਰੀ ਪਾਉਣੀ ਹੈ, ਉਹ ਹਰ ਇੱਕ ਸਮੱਗਰੀ, ਹਰ ਇੱਕ ਕੰਟੈਂਟ ਸਹੀ ਜਗ੍ਹਾ ਤੇ ਹੋਣਾ ਚਾਹੀਦਾ ਹੈ, ਤਾਂ ਕਿ ਦਰਸ਼ਕਾਂ ਨੂੰ ਉਸ ਨੂੰ ਦੇਖਣ ਵਿੱਚ, ਸਮਝਣ ਵਿੱਚ ਅਤੇ ਉਸ ਜਾਣਕਾਰੀ ਤੱਕ ਪਹੁੰਚਣ ਵਿੱਚ ਆਸਾਨੀ ਹੋਵੇ। ਫਿਰ ਆਉਂਦਾ ਹੈ ਵੈਬ ਲਾਗੂ ਕਰਨ ਦੇ ਉਦੇਸ਼। ਸਭ ਤੋਂ ਪਹਿਲਾਂ ਹੈ ਡੋਮੇਨ ਨੇਮ ਦੀ ਚੋਣ ਕਰਨਾ। ਡੋਮੇਨ ਨੇਮ ਕੀ ਹੁੰਦਾ ਹੈ? ਡੋਮੇਨ ਨੇਮ ਸਾਡੀ ਸਾਈਟ ਦਾ ਪਤਾ ਹੈ। ਇਹ ਸੰਖੇਪ ਮਤਲਬ ਕਿ ਬਹੁਤ ਛੋਟਾ, ਯਾਦ ਰੱਖਣ ਲਈ ਆਸਾਨ ਅਤੇ ਸਾਡੀ ਵੈਬਸਾਈਟ ਦੇ ਅਨੁਸਾਰ ਹੋਵੇ। ਆਮ ਤੌਰ 'ਤੇ ਵਰਤੇ ਜਾਣ ਵਾਲੇ ਡੋਮੇਨ ਨੇਮਸ ਦੇ ਵਿੱਚ ਆ ਜਾਂਦਾ ਹੈ .org ਮਤਲਬ ਆਰਗੇਨਾਈਜੇਸ਼ਨ, .edu ਮਤਲਬ ਐਜੂਕੇਸ਼ਨ, .com ਮਤਲਬ ਕਮਰਸ਼ਲ, .net ਮਤਲਬ ਨੈਟਵਰਕ। ਜਦੋਂ ਅਸੀਂ ਡੋਮੇਨ ਨੇਮ ਦੀ ਚੋਣ ਕਰ ਲਈ, ਫਿਰ ਦੂਸਰਾ ਸਟੈਪ ਹੁੰਦਾ ਹੈ ਡੋਮੇਨ ਨਾਮ ਨੂੰ ਰਜਿਸਟਰ ਕਰਨਾ। ਸਰਵਿਸ ਪ੍ਰੋਵਾਈਡਰ ਰਾਹੀਂ ਅਸੀਂ ਆਪਣਾ ਡੋਮੇਨ ਨਾਮ ਰਜਿਸਟਰ ਕਰਵਾ ਸਕਦੇ ਹਾਂ। ਇਸ ਲਈ ਸਾਨੂੰ ਫਾਰਮ ਭਰਨਾ ਹੁੰਦਾ ਹੈ ਅਤੇ ਫੀਸ ਵੀ ਭਰਨੀ ਪੈਂਦੀ ਹੈ। ਅਗਰ ਸਾਡਾ ਚੋਣ ਕੀਤਾ ਡੋਮੇਨ ਨਾਮ ਖਾਲੀ ਹੁੰਦਾ ਹੈ, ਇਸ ਦਾ ਮਤਲਬ ਕਿ ਕਿਸੇ ਹੋਰ ਯੂਜ਼ਰ ਨੇ ਉਸ ਨੂੰ ਨਹੀਂ ਖਰੀਦਿਆ ਹੁੰਦਾ, ਤਾਂ ਇਹ ਸਾਨੂੰ ਮਿਲ ਜਾਂਦਾ ਹੈ। ਨਹੀਂ ਤਾਂ ਸਾਨੂੰ ਕੋਈ ਹੋਰ ਡੋਮੇਨ ਨੇਮ ਦੇਣਾ ਪੈਂਦਾ ਹੈ। ਫਿਰ ਆਉਂਦਾ ਹੈ ਇੱਕ ਸਰਵਰ ਚੁਣਨਾ। ਸਰਵਰ ਦੀ ਲੋੜ ਸਾਡੀ ਸਾਈਟ ਨੂੰ ਪਬਲਿਸ਼ ਕਰਨ ਵਿੱਚ ਹੁੰਦੀ ਹੈ। ਡਿਜ਼ਾਈਨਰ ਸਰਵਰ ਨੂੰ ਖਰੀਦ ਵੀ ਸਕਦਾ ਹੈ ਅਤੇ ਕਿਰਾਏ 'ਤੇ ਵੀ ਲੈ ਸਕਦਾ ਹੈ, ਜਿੱਥੇ ਸਾਡੀ ਸਾਈਟ ਨੂੰ ਸਥਾਈ ਤੌਰ 'ਤੇ ਰੱਖਿਆ ਜਾਂਦਾ ਹੈ। ਵੈਬ ਪੇਜ ਦਾ ਪ੍ਰਬੰਧ ਕਰਨਾ। ਵੈਬਸਾਈਟ ਨੂੰ ਨੈਵੀਗੇਟ ਕਰਨਾ ਸੌਖਾ ਅਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਵੈਬਸਾਈਟਾਂ ਨੂੰ ਭਾਗਾਂ ਵਿੱਚ ਵੰਡੋ। ਭਾਗਾਂ ਨੂੰ ਵਿਵਸਥਿਤ ਕਰੋ। ਹਰੇਕ ਪੇਜ ਦੇ ਸਿਖਰ 'ਤੇ ਉਹਨਾਂ ਭਾਗਾਂ ਦਾ ਲਿੰਕ ਪ੍ਰਦਾਨ ਕਰੋ। ਵੈਬ ਪੇਜ ਸੁੰਦਰ ਵੀ ਦਿਖਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ, ਵੈਬ ਪੇਜ 2 ਸਕਰੀਨਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਦਿੱਖ। ਵੈਬ ਪੇਜ ਦੀ ਦਿੱਖ ਵਧੀਆ ਹੋਣੀ ਚਾਹੀਦੀ ਹੈ। ਇਸ ਵਿੱਚ ਆਡੀਓ, ਵੀਡੀਓ, ਗ੍ਰਾਫਿਕਸ, ਐਨੀਮੇਸ਼ਨਸ ਨੂੰ ਜੋੜਨਾ ਚਾਹੀਦਾ ਹੈ। ਸਹੀ ਫੌਂਟ, ਫੌਂਟ ਕਲਰ, ਬੈਕਗ੍ਰਾਉਂਡ ਕਲਰ, ਟੇਬਲ, ਗ੍ਰਾਫ ਵੀ ਵੈਬਸਾਈਟ ਨੂੰ ਸਹੀ ਦਿੱਖ ਦਿੰਦੇ ਹਨ। ਫਿਰ ਆਉਂਦਾ ਹੈ ਆਪਣੇ ਕੋਡ ਵੈਲੀਡੇਟ ਕਰਨਾ। ਆਪਣੀ ਵੈਬਸਾਈਟ ਦਾ ਕੋਡ ਨੂੰ ਪਰਖ ਲਿਆ ਜਾਵੇ ਕਿ ਕੋਡ ਸਹੀ ਹੈ, ਕਿ ਇਹ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਦਰਸ਼ਕਾਂ ਦੀ ਜ਼ਰੂਰਤ ਹੈ। ਫਿਰ ਆਉਂਦਾ ਹੈ ਆਫਲਾਈਨ ਟੈਸਟਿੰਗ। ਆਫਲਾਈਨ ਟੈਸਟਿੰਗ ਦਾ ਮਤਲਬ ਹੈ ਵੈਬਸਾਈਟ ਤਿਆਰ ਕਰਨ ਤੋਂ ਬਾਅਦ ਇਸ ਨੂੰ ਵੈਬ ਬਰਾਊਜ਼ਰ 'ਤੇ ਟੈਸਟ ਕੀਤਾ ਜਾਂਦਾ ਹੈ। ਇਸ ਟੈਸਟ ਲਈ ਇੰਟਰਨੈਟ ਦੀ ਜ਼ਰੂਰਤ ਨਹੀਂ ਹੁੰਦੀ, ਇਸ ਲਈ ਇਸ ਨੂੰ ਆਫਲਾਈਨ ਟੈਸਟਿੰਗ ਕਿਹਾ ਜਾਂਦਾ ਹੈ। ਆਫਲਾਈਨ ਟੈਸਟ ਵਿੱਚ ਸਭ ਤੋਂ ਪਹਿਲਾਂ ਹੋਮ ਪੇਜ ਖੋਲ੍ਹਿਆ ਜਾਂਦਾ ਹੈ। ਫਿਰ ਇੱਕ-ਇੱਕ ਕਰਕੇ ਬਾਕੀ ਲਿੰਕ ਕੀਤੇ ਵੈਬ ਪੇਜਾਂ ਨੂੰ ਵੱਖ-ਵੱਖ ਵੈਬ ਬਰਾਊਜ਼ਰ 'ਤੇ ਚੈੱਕ ਕੀਤਾ ਜਾਂਦਾ ਹੈ। ਇੱਥੇ ਅਸੀਂ ਵੱਖ-ਵੱਖ ਵੈਬ ਬਰਾਊਜ਼ਰਾਂ 'ਤੇ ਕਿਉਂ ਚੈੱਕ ਕਰ ਰਹੇ ਹਾਂ? ਇਹ ਦੇਖਣ ਲਈ ਕਿ ਸਾਡੀ ਜੋ ਵੈਬਸਾਈਟ ਹੈ ਉਹ ਹਰ ਇੱਕ ਵੈਬ ਬਰਾਊਜ਼ਰ 'ਤੇ ਸਹੀ ਤਰੀਕੇ ਨਾਲ ਚੱਲਣੀ ਚਾਹੀਦੀ ਹੈ। ਫਿਰ ਆਉਂਦਾ ਹੈ ਸਾਈਟ ਨੂੰ ਅਪਲੋਡ ਕਰਨਾ।
ਸਾਰੇ ਦਰਸ਼ਕਾਂ ਨੂੰ ਸਾਈਟ ਨੂੰ ਉਪਲਬਧ ਕਰਾਉਣ ਦੀ ਕਿਰਿਆ ਨੂੰ ਅਪਲੋਡ ਕਿਹਾ ਜਾਂਦਾ ਹੈ। ਇਸ ਲਈ ਅਸੀਂ FTP ਫਾਈਲ ਟ੍ਰਾਂਸਫਰ ਪ੍ਰੋਟੋਕਲ ਵਰਤਾਂਗੇ। ਫਿਰ ਆਉਂਦਾ ਹੈ ਆਨਲਾਈਨ ਟੈਸਟਿੰਗ। ਆਫਲਾਈਨ ਟੈਸਟਿੰਗ ਤੋਂ ਬਾਅਦ ਵੈਬਸਾਈਟ ਨੂੰ ਸਰਵਰ 'ਤੇ ਅਪਲੋਡ ਕੀਤਾ ਜਾਂਦਾ ਹੈ। ਸਾਈਟ ਨੂੰ ਅਪਲੋਡ ਕਰਨ ਤੋਂ ਬਾਅਦ ਇਸ ਨੂੰ ਆਨਲਾਈਨ ਟੈਸਟ ਕੀਤਾ ਜਾਂਦਾ ਹੈ। ਆਨਲਾਈਨ ਟੈਸਟ ਕਰਨ ਲਈ ਸਾਨੂੰ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਆਨਲਾਈਨ ਟੈਸਟਿੰਗ ਕਿਹਾ ਜਾਂਦਾ ਹੈ। ਇਸ ਟੈਸਟ ਲਈ ਸਭ ਤੋਂ ਪਹਿਲਾਂ ਇੰਟਰਨੈਟ ਨੂੰ ਕਨੈਕਟ ਕਰੋ, ਫਿਰ ਵੈਬ ਬਰਾਊਜ਼ਰ ਖੋਲ੍ਹੋ ਅਤੇ ਆਪਣੀ ਵੈਬਸਾਈਟ ਦਾ ਐਡਰੈਸ ਟਾਈਪ ਕਰੋ। ਸਭ ਤੋਂ ਪਹਿਲਾਂ ਹੋਮ ਪੇਜ ਖੋਲ੍ਹੋ ਅਤੇ ਇੱਕ ਕਰਕੇ ਸਾਰੇ ਵੈਬ ਪੇਜਾਂ ਨੂੰ ਚੈੱਕ ਕਰੋ। ਆਨਲਾਈਨ ਟੈਸਟਿੰਗ ਵਿੱਚ ਵੀ ਸਾਨੂੰ ਆਪਣੀ ਵੈਬਸਾਈਟ ਨੂੰ ਵੱਖ-ਵੱਖ ਬਰਾਊਜ਼ਰਸ 'ਤੇ ਚੈੱਕ ਕਰ ਲੈਣਾ ਚਾਹੀਦਾ ਹੈ। ਫਿਰ ਆਉਂਦਾ ਹੈ SEO। SEO ਦਾ ਪੂਰਾ ਨਾਮ ਹੈ ਸਰਚ ਇੰਜਨ ਆਪਟੀਮਾਈਜ਼ੇਸ਼ਨ। ਮੈਟਾ ਅਤੇ ਆਲਟ ਟੈਗ ਦੀ ਵਰਤੋਂ ਨਾਲ ਅਸੀਂ ਸਰਚ ਇੰਜਨ ਵਰਤ ਕੇ ਯੂਜ਼ਰ ਦੁਆਰਾ ਲੱਭੇ ਗਏ ਡਾਟਾ ਨੂੰ ਸਹੀ ਦਰਸਾ ਸਕਦੇ ਹਾਂ। ਇਸ ਨਾਲ ਹੋਰ ਵਿਜ਼ਿਟਸ ਆਉਣਗੀਆਂ ਅਤੇ ਯੂਜ਼ਰ ਦੀ ਦਿਲਚਸਪੀ ਵਧੇਗੀ। ਮੈਟਾ ਅਤੇ ਆਲਟ ਟੈਗ ਵਰਤੇ ਜਾਂਦੇ ਹਨ ਬੱਚਿਓ ਕਿ ਜਦੋਂ ਵੀ ਕੋਈ ਯੂਜ਼ਰ ਕਿਸੇ ਵੀ ਸਰਚ ਇੰਜਨ ਦੇ ਵਿੱਚ ਕੋਈ ਇਨਫੋਰਮੇਸ਼ਨ ਫਾਈਂਡ ਕਰੇ ਤਾਂ ਸਾਡੀ ਜਿਹੜੀ ਬਣਾਈ ਗਈ ਸਾਈਟ ਹੈ ਉਹ ਦਰਸ਼ਕਾਂ ਨੂੰ ਉਪਲਬਧ ਹੋ ਜਾਵੇ। ਫਿਰ ਆਉਂਦਾ ਹੈ ਇੰਸਟਾਲਿੰਗ ਵੈਬਸਾਈਟ ਐਨਾਲਿਟਿਕਸ। ਆਪਣੀ ਵੈਬਸਾਈਟ ਦੀ ਸਫਲਤਾ ਅਤੇ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਵੈਬਸਾਈਟ ਵਿਸ਼ਲੇਸ਼ਣ ਸਥਾਪਿਤ ਕਰੋ। ਤੁਹਾਨੂੰ ਟਾਈਮ ਤੋਂ ਟਾਈਮ ਇਹ ਦੇਖਦੇ ਰਹਿਣਾ ਚਾਹੀਦਾ ਹੈ ਕਿ ਤੁਹਾਡੀ ਵੈਬਸਾਈਟ ਨੂੰ ਕਿੰਨੇ ਕੁ ਦਰਸ਼ਕ ਦੇਖ ਰਹੇ ਹਨ ਤੇ ਉਸ ਦੀ ਮੌਜੂਦਾ ਸਥਿਤੀ ਕੀ ਹੈ। ਫਿਰ ਆਉਂਦਾ ਹੈ ਵੈਬਸਾਈਟ ਨੂੰ ਪਬਲਿਸ਼ ਕਰਨਾ ਅਤੇ ਉਸਦੇ ਕੁਝ ਅਹਿਮ ਪਹਿਲੂ। SEO ਅਤੇ SMM। SEO ਦਾ ਪੂਰਾ ਨਾਮ ਸਰਚ ਇੰਜਨ ਆਪਟੀਮਾਈਜ਼ੇਸ਼ਨ ਹੈ। ਸਰਚ ਇੰਜਨ ਆਪਟੀਮਾਈਜ਼ੇਸ਼ਨ ਇੱਕ ਤਰੀਕਾ ਹੈ ਜਿਸ ਦੀ ਵਰਤੋਂ ਕਿਸੇ ਵੈਬਸਾਈਟ ਨੂੰ ਸਰਚ ਇੰਜਨਾਂ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਮਦਦ ਨਾਲ ਅਸੀਂ ਆਪਣੀ ਵੈਬਸਾਈਟ ਨੂੰ ਇਸ ਯੋਗ ਬਣਾ ਸਕਦੇ ਹਾਂ ਕਿ ਸਰਚ ਇੰਜਨ ਇਸ ਨੂੰ ਆਸਾਨੀ ਨਾਲ ਲੱਭ ਸਕਣ। SEO ਦੀ ਮਦਦ ਨਾਲ ਅਸੀਂ ਆਪਣੀ ਵੈਬਸਾਈਟ ਤੱਕ ਲੋਕਾਂ ਦੀ ਪਹੁੰਚ ਵਧਾ ਸਕਦੇ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਥੇ ਦੱਸਿਆ ਹੈ ਆਲਟ ਅਤੇ ਮੈਟਾ ਟੈਗ। ਇਹ ਟੈਗਸ ਵਰਤ ਕੇ ਅਸੀਂ ਆਪਣੀ ਜੋ ਵੈਬਸਾਈਟ ਹੈ ਉਸ ਨੂੰ ਦਰਸ਼ਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚਾ ਸਕਦੇ ਹਾਂ। ਫਿਰ ਆਉਂਦਾ ਹੈ SMM। ਇਸ ਦਾ ਪੂਰਾ ਨਾਮ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਜਿਸ ਤਰ੍ਹਾਂ ਕਿ ਕਿਸੇ ਵੀ ਪ੍ਰੋਡਕਟ ਨੂੰ ਆਪਾਂ ਵੇਚਣ ਲਈ ਐਡਵਰਟਾਈਜ਼ਮੈਂਟ ਹੁੰਦੀ ਹੈ। ਤੁਸੀਂ TV 'ਤੇ ਐਡਵਰਟਾਈਜ਼ਮੈਂਟਸ ਦੇਖਦੇ ਹੋ, ਫੋਨ 'ਤੇ ਵੀ ਐਡਵਰਟਾਈਜ਼ਮੈਂਟਸ ਆਉਂਦੀਆਂ ਹਨ, ਰੇਡੀਓ 'ਤੇ ਐਡਵਰਟਾਈਜ਼ਮੈਂਟਸ ਆਉਂਦੀਆਂ ਹਨ। ਉਸੇ ਤਰ੍ਹਾਂ ਅਸੀਂ ਆਪਣੀ ਵੈਬਸਾਈਟ ਦੀ ਵੀ ਮਾਰਕੀਟਿੰਗ ਕਰਨੀ ਹੈ। ਕਿਸ ਤਰ੍ਹਾਂ ਕਰਨੀ ਹੈ? ਸੋਸ਼ਲ ਮੀਡੀਆ ਰਾਹੀਂ। ਇਹ ਇੰਟਰਨੈਟ ਮਾਰਕੀਟਿੰਗ ਦਾ ਰੂਪ ਹੈ। ਇਹ ਇੱਕ ਤਕਨੀਕ ਹੈ ਜਿਸ ਵਿੱਚ ਸੋਸ਼ਲ ਨੈਟਵਰਕਿੰਗ ਵੈਬਸਾਈਟਸ ਕਿਹੜੀਆਂ ਹੁੰਦੀਆਂ ਹਨ? ਜਿਸ ਤਰ੍ਹਾਂ ਫੇਸਬੁੱਕ, ਟਵਿੱਟਰ। ਇਹਨਾਂ ਨੂੰ ਮਾਰਕੀਟਿੰਗ ਲਈ ਵਰਤਿਆ ਜਾਂਦਾ ਹੈ। SMM ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੰਪਨੀਆਂ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਤਾਂ ਜੋ ਸਾਡੀ ਸਾਈਟ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਦੇਖ ਸਕਣ। ਜਿਸ ਤਰ੍ਹਾਂ ਕਿ ਤੁਸੀਂ TV ਦੇਖਦੇ ਹੋ, TV 'ਤੇ OLX, ਫਲਿੱਪਕਾਰਟ, ਐਮਾਜ਼ੋਨ ਇਹ ਸਭ ਦੀਆਂ ਐਡਵਰਟਾਈਜ਼ਮੈਂਟਸ ਆਉਂਦੀਆਂ ਹਨ। ਇਹ ਕੀ ਹੈ? ਇੱਕ ਤਰ੍ਹਾਂ ਦੀ ਮਾਰਕੀਟਿੰਗ, ਤਾਂ ਕਿ ਤੁਹਾਨੂੰ ਇਹਨਾਂ ਸਾਈਟਸ ਬਾਰੇ ਪਤਾ ਚੱਲੇ ਅਤੇ ਤੁਸੀਂ ਇਹਨਾਂ ਨੂੰ ਓਪਨ ਕਰੋ ਅਤੇ ਇੱਥੋਂ ਪ੍ਰੋਡਕਟਸ ਖਰੀਦ ਸਕੋ। ਫਿਰ ਆਉਂਦਾ ਹੈ ਵੈਬਸਾਈਟ ਨੂੰ ਪਬਲਿਸ਼ ਕਰਨ ਸਮੇਂ ਦਿਸ਼ਾ ਨਿਰਦੇਸ਼ ਜਾਂ
ਚੈੱਕਲਿਸਟ। ਜਦੋਂ ਤੁਸੀਂ ਵੈਬਸਾਈਟ ਨੂੰ ਪਬਲਿਸ਼ ਕਰਨਾ ਹੈ ਉਸ ਸਮੇਂ ਤੁਸੀਂ ਕੀ ਚੈੱਕ ਕਰ ਲੈਣਾ ਹੈ। ਪਹਿਲਾ, ਪੇਜ ਕੰਟੈਂਟ। ਪੇਜ ਦੀ ਜੋ ਤੁਹਾਡੇ ਸਾਰੇ ਪੇਜ ਦੀ ਸਮੱਗਰੀ ਹੈ ਉਸ ਨੂੰ ਚੈੱਕ ਕਰਨਾ ਹੈ। ਉਸ ਵਿੱਚ ਕੀ ਆਉਂਦਾ ਹੈ? ਸਪੈਲਿੰਗ, ਗ੍ਰਾਮਰ, ਪੈਰਾਗ੍ਰਾਫ, ਹੈਡਰ, ਲਿਸਟ ਅਤੇ ਹੋਰ ਫਾਰਮੈਟਿੰਗ ਸਹੀ ਹੋਣੀਆਂ ਚਾਹੀਦੀਆਂ। ਕੰਪਨੀ ਦੇ ਸੰਪਰਕ ਵੇਰਵੇ ਸਹੀ ਹੋਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਦਰਸ਼ਕ ਸਹੀ ਤਰੀਕੇ ਨਾਲ ਤੁਹਾਨੂੰ ਕੰਟੈਕਟ ਕਰ ਸਕੇ। ਮੀਨਸ ਤੁਹਾਡਾ ਈਮੇਲ ਆਈਡੀ, ਫੋਨ ਨੰਬਰ ਸਭ ਕੁਝ ਸਹੀ ਦਿੱਤਾ ਹੋਣਾ ਚਾਹੀਦਾ ਹੈ। ਇਮੇਜਸ, ਆਡੀਓ, ਵੀਡੀਓ ਸਹੀ ਜਗ੍ਹਾ ਤੇ ਅਤੇ ਹਰ ਡਿਵਾਈਸਿਸ ਤੇ ਕੰਮ ਕਰਦੇ ਹੋਣੇ ਚਾਹੀਦੇ ਹਨ। ਫਿਰ ਆਉਂਦਾ ਹੈ ਡਿਜ਼ਾਈਨ। ਸਾਈਟ ਡਿਜ਼ਾਈਨ ਪਿਕਸਲ ਪਰਫੈਕਟ ਹੋਣਾ ਚਾਹੀਦਾ ਹੈ। ਤੁਹਾਡੀ ਸਾਈਟ ਡੈਸਕਟਾਪ ਤੇ ਹੀ ਨਹੀਂ ਬਲਕਿ ਲੈਪਟਾਪ, ਟੈਬਲੇਟ, ਮੋਬਾਈਲ ਫੋਨ ਤੇ ਵੀ ਵਧੀਆ ਦਿਖਣੀ ਚਾਹੀਦੀ ਹੈ। ਸਾਈਟ ਦਾ ਡਿਜ਼ਾਈਨ ਬੱਚਿਓ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਪਲੇਟਫਾਰਮ, ਚਾਹੇ ਉਹ ਲੈਪਟਾਪ ਤੇ ਅਸੀਂ ਖੋਲੀਏ, ਚਾਹੇ ਟੈਬਲੇਟ ਤੇ, ਚਾਹੇ ਮੋਬਾਈਲ ਫੋਨ ਤੇ, ਉਹ ਵਧੀਆ ਦਿਖਣੀ ਚਾਹੀਦੀ ਹੈ। ਫਿਰ ਆਉਂਦਾ ਹੈ ਫੰਕਸ਼ਨੈਲਿਟੀ। ਵੈਬਸਾਈਟ ਵਧੀਆ ਕਾਰਜ ਕਰਨ ਵਾਲੀ ਹੋਣੀ ਚਾਹੀਦੀ ਹੈ। ਫਾਰਮ ਨੂੰ ਪੇਸ਼ ਕਰਨ ਤੋਂ ਬਾਅਦ ਧੰਨਵਾਦ ਸੰਦੇਸ਼, ਕੰਪਨੀ ਦਾ ਲੋਗੋ ਹੋਮ ਪੇਜ ਨਾਲ ਜੁੜਿਆ ਹੋਵੇ। ਸਾਈਟ ਪੰਨਿਆਂ ਦਾ ਲੋਡ ਸਮਾਂ ਆਪਟੀਮਾਈਜ਼ਡ ਹੋਵੇ। SEO, ਇਹ ਯਕੀਨੀ ਬਣਾਓ ਕਿ ਤੁਹਾਡੀ ਵੈਬਸਾਈਟ ਦੀ ਸਫਲਤਾ ਲਈ ਇੱਕ ਠੋਸ ਆਧਾਰ ਪ੍ਰਦਾਨ ਕੀਤਾ ਗਿਆ ਹੈ। ਸੁਰੱਖਿਆ ਅਤੇ ਬੈਕਅਪ। ਸਾਈਟ ਦੀ ਸੁਰੱਖਿਆ ਅਤੇ ਨਿਯਮਿਤ ਬੈਕਅਪ ਰੱਖੋ। ਮਤਲਬ ਸਾਈਟ ਤੁਹਾਡੀ ਸਿਕਿਉਰ ਹੋਣੀ ਚਾਹੀਦੀ ਹੈ ਅਤੇ ਉਸ ਦਾ ਬੈਕਅਪ, ਜੋ ਵੀ ਡਾਟਾ ਉਸ 'ਤੇ ਆਉਂਦਾ ਹੈ ਉਸ ਨੂੰ ਕਿਤੇ ਹੋਰ ਸਟੋਰ ਕਰਦੇ ਰਹਿਣਾ ਚਾਹੀਦਾ ਹੈ। ਅਨੁਕੂਲਤਾ। ਵੈਬਸਾਈਟ ਨਿਯਮ ਅਤੇ ਕਾਨੂੰਨ ਦੀ ਪਾਲਣਾ ਕਰਦੀ ਹੋਵੇ। ਜੋ ਵੀ ਇੰਟਰਨੈਟ ਦੇ ਰੂਲਸ ਹੁੰਦੇ ਹਨ, ਜੋ ਵੀ ਨਿਯਮ ਹੁੰਦੇ ਹਨ, ਸਾਡੀ ਵੈਬਸਾਈਟ ਉਹਨਾਂ ਨੂੰ ਪਾਲਣਾ ਕਰਨ ਵਾਲੀ ਹੋਣੀ ਚਾਹੀਦੀ ਹੈ। ਹੁਣ ਦੇਖੋ ਬੱਚਿਓ, ਜਿਸ ਤਰ੍ਹਾਂ ਕਿ ਇੱਕ ਵੈਬਸਾਈਟ ਹੈ, ਇਹ ਕਿਹਦੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਕੋਈ ਵੀ ਵੈਬਸਾਈਟ ਤੁਸੀਂ ਆਪਣੇ ਸਕੂਲ ਦੀ ਬਣਾ ਸਕਦੇ ਹੋ। ਇਹ ਇਸ ਦਾ ਹੋਮ ਪੇਜ ਹੈ। ਹੋਮ ਪੇਜ ਕੀ? ਪਹਿਲਾ ਪੇਜ। ਉਸ ਤੇ ਹੀ ਸਾਰੇ ਲਿੰਕ ਦਿੱਤੇ ਹੋਏ ਹਨ। ਜਿੱਦਾਂ ਜਿੱਦਾਂ ਅਸੀਂ ਇਹਨਾਂ ਨੂੰ ਕਲਿੱਕ ਕਰਾਂਗੇ ਨੈਕਸਟ ਪੇਜਸ ਓਪਨ ਹੁੰਦੇ ਜਾਣਗੇ। ਜਿਸ ਤਰ੍ਹਾਂ ਕਿ ਮੈਂ ਫੈਸਿਲਿਟੀਜ਼ ਤੇ ਲਿੰਕ ਕਰਾਂਗੀ ਤਾਂ ਇਹ ਸਾਰੀਆਂ ਫੈਸਿਲਿਟੀਜ਼ ਓਪਨ ਹੋ ਜਾਣਗੀਆਂ। ਐਡਮਿਸ਼ਨ ਫਾਰਮ ਤੇ ਲਿੰਕ ਕਰਾਂਗੇ, ਐਡਮਿਸ਼ਨ ਫਾਰਮ ਓਪਨ ਹੋ ਜਾਏਗਾ। ਕੰਟੈਕਟ ਤੇ ਲਿੰਕ ਕਰਾਂਗੇ, ਇੱਥੇ ਲੋਕੇਟਸ ਤਾਂ ਕੀ ਆ ਜਾਏਗਾ? ਕੰਟੈਕਟ। ਕੋਈ ਵੀ ਵੈਬਸਾਈਟ ਦੇ ਹੋਮ ਪੇਜ ਤੇ ਹੀ ਸਾਰੇ ਲਿੰਕ ਦਿੱਤੇ ਹੋਣੇ ਚਾਹੀਦੇ ਹਨ। ਤੁਸੀਂ ਇਹ ਵੈਬਸਾਈਟਸ ਨੂੰ ਜੋ ਤੁਹਾਡੇ HTML ਦੇ ਲੈਸਨ ਹਨ ਉੱਥੋਂ ਟੈਗਸ ਵਰਤ ਕੇ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਧੰਨਵਾਦ।